अस्सलाम वालेकुम। प्रोग्राम उंगारा ते जी आयां नू वेलकम। गुजारिश ये करनी सी कि अजे ये चैनल शुरू ही होया है ते हले पता नहीं इहदा अगों की रंग निकलना है, तुसां इनू किन्ना को पसंद करना है नहीं करना। लेकिन मैं अगर इहदा तोल कड्ढा ना, मतलब तरकड़ी ते रख के ते एक पासे वेखिए कि जिन्हां दी लोड़ है बंदियां दी, उन्हां च मतलब इकोनॉमी के हिसाब से मईशत के लिहाज नाल डॉक्टर आतिफ मियाँ कोई थोड़ा जिहा काम नहीं किया, ढेर सारा काम किया। अच्छा, वो इकोनॉमी दी या मईशत दी एकेडैमिक पढ़ी लिखी गल, यूनिवर्सिटियां दी रिसर्च, किताब लिखनी, उस किताब का दुनिया ते मन्निया जाना, उन्होंने तस्लीम करना, फिर ਉਹਦੀ शनाख्त ये बननी कि ये मईशत के उत्ते बहरहाल अखीर गल करता है। इस जमाने च पता है गल का कि है कि ये गां गवाची ते खुरा किहड़े पासे जाना है किसी भी मुल्क की मईशत का। अच्छा, दूजे पासे वेखिए तो जिहदे नाल उन्हां बह के गल की, बड़े ज़ाहिर घंटा डेढ़ की वो गलबात सी उन्हां दी। वो बंदा सैयद बाबर अली 98 साल का हो गया। 98 साल च उस पाकिस्तान बनता भी वेख्या, उस पाकिस्तान नू पैरों ते भार पा के पक्या हुंदियां भी वेख्या, फिर उस पाकिस्तान दे पैर लड़खड़ांदे भी वेखे। ਉਹਦੇ ਵਿੱਚ ਬੰਦਿਆਂ ਨੂੰ ਪਾਕਿस्तान ਦੇ ਨਾਲ ਇੰਤਹਾਈ ਮੁਖਲਿਸ ਹਾਲਤ ਵਿੱਚ ਵੀ ਵੇਖਿਆ ਤੇ ਚੰਗੇ ਪਰਲੇ ਦਰਜੇ ਦੇ ਬੇਈਮਾਨ ਬਿਊਰੋਕ੍ਰੇਸੀ ਨੂੰ ਵੀ ਭੁਗਤਿਆ ਵੀ ਵੇਖਿਆ ਵੀ। ਹਕੂਮਤਾਂ ਆਈਆਂ ਗਈਆਂ, ਕਿਹੜਾ ਚੰਗਾ ਸੀ ਕਿਹੜਾ ਮਾੜਾ ਸੀ, ਕਿਹਦੇ ਜ਼ਿਹਨ ਵਿੱਚ ਕੀ ਸੀ, ਉਹ ਬੰਦੇ ਨੂੰ ਪਤਾ ਕਿਸੇ ਹੱਦ ਤੱਕ ਜਿਹੜਾ ਵਿੱਚ ਬੈਠਾ ਹੋਵੇ ਉਹਨੂੰ ਲੱਗ ਜਾਂਦਾ ਹੈ। ਗੱਲ ਪਰਤਾ ਦੇਣਾ ਨਾ ਦੇਣਾ ਇੱਕ ਵੱਖਰੀ ਗੱਲ ਹੁੰਦੀ ਹੈ, ਲੇਕਿਨ ਪਤਾ ਲੱਗ ਜਾਂਦਾ ਕਿ ਇਹ ਗੱਲ ਕਿੱਧਰ ਪਈ ਜਾਂਦੀ ਹੈ। ਜਾਂ ਬੁੱਢਿਆਂ ਕੋਲ ਵੀ ਬੈਠਿਆਂ ਗੱਲ ਕਰੀਏ ਤਾਂ ਉਹ ਆਂਦੇ ਹੁੰਦੇ ਨੇ, ਮੈਨੂੰ ਪਤਾ ਤੂੰ ਕਿੱਥੋਂ ਪਿਆ ਬੋਲਣਾ, ਕਿਹੜੇ ਟੇਸ਼ਨ ਤੋਂ ਪਿਆ ਬੋਲਣਾ। ਉਹ ਟੇਸ਼ਨ ਤਾਂ ਪਤਾ ਹੁੰਦਾ ਨਾ ਕਿ ਮਤਲਬ ਹੈ ਕਿ ਉਹਨੂੰ ਅੰਗਰੇਜ਼ੀ ਚਾਹੁੰਦੇ ਨੇ ਜੀ ਵੈਸਟਡ ਇੰਟਰਸਟ, ਜਿਹੜੇ ਆਪਣੇ ਅੰਦਰ ਦੇ ਮਫਾਦ, ਆਪਣੀ ਵਿਚਲੀ ਬੇਈਮਾਨੀ, ਜਾਂ ਬਾਜ਼ ਦਫਾ ਅੰਦਰ ਇੱਕ ਦਿਆਨਤਦਾਰੀ ਵੀ ਹੁੰਦੀ ਹੈ ਕਿ ਬੰਦਾ ਉਸ ਪਾਸੇ ਟੁਰਿਆ ਜਾਂਦਾ ਹੁੰਦਾ ਤੇ ਉਹਨੂੰ ਅੰਦਰੋਂ ਪਤਾ ਹੁੰਦਾ ਕਿ ਚਲੋ ਇਹ ਚਿੱਕੜ ਖੋਬਾ ਤੇ ਹੈ, ਇਹਦੇ ਵਿੱਚ ਹੀ ਜਾਣਾ ਪਿਆ ਪੈਂਦਾ। ਲੇਕਿਨ ਹੋ ਸਕਦਾ ਕਿ ਮੈਂ ਕੋਈ 200-400 ਗਜ਼ ਇਸੇ ਗੰਦ, ਇਸੇ ਚਿੱਕੜ, ਇਸੇ ਖੋਬੇ ਦੇ ਵਿੱਚ ਟੁਰਿਆ ਜਾ ਤੇ ਅਖੀਰ ਪੈਰ ਬਾਹਰ ਨਿਕਲ ਜਾਣ ਦੇ ਅੱਗੋਂ ਰਾਹ ਸੁੱਕਾ ਵੀ ਲੱਭ ਹੀ ਜਾਏਗਾ। ਉਸ ਬੰਦੇ ਦੇ ਵੀ ਦਿਲ 'ਚ ਹੁੰਦਾ ਕਿ ਜਾਂਦਾ ਮੈਂ ਚਿੱਕੜ 'ਚ ਹੀ ਪਿਆ, ਲੇਕਿਨ ਅੱਗੇ ਉਹਨੂੰ ਕਿਸੇ ਖੁਸ਼ਕੀ ਦਾ, ਕਿਸੇ ਪੱਕੀ ਜ਼ਮੀਨ ਦਾ, ਕਿਸੇ ਰਾਹ ਖੇੜੇ ਦਾ ਪਤਾ ਲੱਗਦਾ ਪਿਆ ਹੁੰਦਾ, ਉਹ ਤੇ ਜ਼ਿਹਨ 'ਚ ਹੁੰਦਾ। ਸੋ ਇਹ ਅੰਦਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਫਿਰ ਨਾਲ ਹੀ ਹੁੰਦੀਆਂ ਨੇ, ਹਰ ਬੰਦੇ ਦੇ ਨਾਲ ਹੁੰਦੀਆਂ ਨੇ। ਬਹਰਹਾਲ ਉਹਨਾਂ ਦੋਵਾਂ ਦੀ ਮੈਂ ਗੱਲਬਾਤ ਸੁਣੀ, 2 ਕੀ 3 ਸਨ, ਇੱਕ ਉੱਥੇ ਨਾਲ ਹੋਰ ਇਕੋਨੋਮਿਸਟ ਵੀ ਜਿਨ੍ਹਾਂ ਦਾ ਤਜਰਬਾ ਢੇਰ ਸਾਰਾ ਸੀ, ਆਸਿਮ ਸਾਹਿਬ, ਉਹ ਵੀ ਬੈਠੇ, ਉਹ ਗੱਲਬਾਤ ਕਰਨ ਪਏ। ਉਹਨਾਂ ਪਰਚੋਲ ਕੀਤੀ, ਲੱਭਿਆ ਢੂੰਡਿਆ ਵਿੱਚੋਂ ਗੱਲ ਕੀ ਹੈ। ਇੱਕ ਉਹਨਾਂ ਬੜੀ ਸੋਹਣੀ ਵਿੱਚ ਗੱਲ ਕੀਤੀ ਕਿ ਬਾਬਰ ਸਾਹਿਬ ਨੂੰ ਉਹਨਾਂ ਆਖਿਆ ਕਿ ਵੀ ਤੁਸੀਂ ਉਹ ਪਹਿਲੇ 10 ਸਾਲ 58 ਤੱਕ, 47 ਤੋਂ 57 ਤੱਕ ਉਹ ਵੀ ਵੇਖੇ ਨੇ ਬਿਊਰੋਕ੍ਰੇਸੀ ਦੇ, ਤੇ ਇੱਕ ਵਾਰੀ ਅੱਗੋਂ ਛਾਲ ਸਿੱਧੀ ਮਾਰ ਕੇ ਤੇ ਹੁਣ ਦੀ ਬਿਊਰੋਕ੍ਰੇਸੀ ਤੇ ਆ ਜਾਓ। ਇਹ 10 ਸਾਲ ਵੀ ਸਾਹਮਣੇ ਰੱਖ ਲਓ, 14 ਤੋਂ 24 ਵਾਲੀ, ਤੇ ਜੇ ਤੁਸੀਂ ਉਹ ਪਹਿਲਿਆਂ 10 ਸਾਲਾਂ ਦੇ ਜਿਹੜੇ ਬਿਊਰੋਕਰੇਟਸ ਹਨ ਉਹਨਾਂ ਨੂੰ ਅੱਜ ਦੇ 10 ਸਾਲਾਂ ਵਾਲੇ ਬਿਊਰੋਕਰੇਟਸ ਦੇ ਨਾਲ ਉਹਨਾਂ ਨੂੰ ਮੁਵਾਜ਼ਨਾ ਕਰੋ ਜਾਂ ਉਹਨਾਂ ਨੂੰ ਵੇਖੋ ਰਗੜ ਕੇ, ਕਿ ਇੱਕ ਇੱਕ ਕਰਕੇ ਉਹਨਾਂ ਦਾ ਰਗੜਨਾ ਮਤਲਬ ਕਸਵੱਟੀ ਤੇ, ਕਿ ਕਿਹੜਾ ਕਿੱਥੇ ਖਲੋਤਾ ਹੈ, ਉਹਦੇ ਤੇ ਇਹਦੇ 'ਚ ਕੀ ਫਰਕ ਹੈ। ਉਹਨਾਂ ਆਖਿਆ ਜੀ ਬੜਾ ਢੇਰ ਸਾਰਾ ਫਰਕ ਹੈ। ਉਹ ਗੱਲ ਤੇ ਖਲੋ ਜਾਂਦੇ ਸਨ, ਉਹ ਮਿਨਿਸਟਰਾਂ ਨੂੰ, ਕੈਬਨਿਟ ਨੂੰ ਆਂਦੇ ਸਨ ਇੰਜ ਨਾ ਕਰੋ, ਇਹ ਗੱਲ ਮੈਂ ਨਹੀਂ ਇੰਜ ਕਰਨਾ, ਜਾਂ ਇਹਦੇ 'ਚ ਮੈਂ ਤੁਹਾਡੇ ਨਾਲ ਨਹੀਂ ਹਾਂ। ਲੇਕਿਨ ਉਹਨਾਂ ਪਹਿਲਿਆਂ 10 ਸਾਲਾਂ ਤੋਂ ਬਾਅਦ ਅਗਲੇ ਜਿਹੜੇ 50 ਸਾਲ ਸਨ ਉਹਨਾਂ ਦੇ ਵਿੱਚ ਉਸ ਤਰ੍ਹਾਂ ਦਾ ਗੰਦ ਪਿਆ, ਉਸ ਤਰ੍ਹਾਂ ਦੇ ਝੂਠ, ਮੁਨਾਫਕਤ, ਬੇਈਮਾਨੀ, ਹਰਾਮ ਤੋਪੀ, ਉਹ ਹਰ ਸ਼ੈ ਇੰਨੀ ਕੁ ਛਾਂ ਕਰ ਗਈ, ਇੰਨਾ ਕੁ ਭਾਰ ਉਹਦਾ ਹੋ ਗਿਆ
ਔਰ ਇੰਨੀ ਉਹਦੀ ਤਾਕਤ ਬਣ ਗਈ ਕਿ ਉਹ ਜਿਹੜੇ ਸਨ ਨਾ ਪਹਿਲਾਂ 10 ਸਾਲਾਂ 'ਚ ਗੱਲ 'ਤੇ ਖਲੋ ਜਾਣ ਵਾਲੇ, ਸਟੈਂਡ ਲੈ ਜਾਣ ਵਾਲੇ, ਗੱਲ ਕਰਨ ਵਾਲੇ, ਉਹਨਾਂ ਦੀ ਸਰਵਾਈਵਲ ਹੀ ਉਹਨਾਂ ਨੂੰ ਲੱਗਿਆ ਕਿ ਜੇ ਹੁਣ ਅਸੀਂ ਖਲੋਂਦੇ ਹਾਂ ਤਾਂ ਹੁਣ ਅਸੀਂ ਮਰਨੇ ਹਾਂ। ਔਰ ਉਹ ਜਿਹੜੀ ਇਮੀਡੀਏਟ ਡੈਥ ਹੁੰਦੀ, ਸਾਹਮਣੇ ਨਜ਼ਰ ਆਉਣ ਵਾਲੀ ਮੌਤ, ਰੱਬ ਨੇੜੇ ਤੇ ਹੂਰਾ ਕਸੁੰਨ, ਉਸ ਆਖਿਆ ਵੀ ਕਸੁੰਨ ਨਹੀਂ ਨੇੜੇ, ਜਿੰਨੇ ਹੁਣੇ ਮੇਰੀ ਧੌਣ ਚਾਹ ਪੈਣਾ, ਇਹਦੇ 'ਚ ਕਿਹੜੀ ਬਹਿਸ ਵਾਲੀ ਗੱਲ ਹੈ। ਚੁਣਾਚੇ ਹੁਣ ਜਿਹੜੀ ਸਾਡੇ ਕੋਲ ਬਿਊਰੋਕ੍ਰੇਸੀ ਹੈ, ਉਹ ਡੰਗ ਟਪਾਊ ਵੀ ਹੈ। ਫਿਰ ਉਹਨੂੰ ਪਤਾ ਹੈ ਕਿ ਜਿਹੜੇ ਉੱਤੇ ਬੈਠੇ ਨੇ, ਜਿਨ੍ਹਾਂ ਦੇ ਹੱਥ 'ਚ ਸਾਡੀਆਂ ਚਾਬੀਆਂ ਨੇ, ਟਰਾਂਸਫਰ ਜਿੰਨਾ ਕਰਨੀ ਹੈ, ਜਿੰਨਾ ਸਾਡੀ ਪੋਸਟਿੰਗ ਕਰਨੀ ਹੈ, ਜਿੰਨਾ ਸਾਨੂੰ ਚੁੱਕ ਕੇ ਖੁੱਡੇ ਲੈਣੇ ਲਾ ਲੈਣਾ, OSD ਬਣਾ ਲੈਣਾ, ਉਹ ਸਾਰੇ ਡਾਢੇ ਨੇ। ਔਰ ਉਹ ਕੁਝ ਹੋਰ ਚਾਹੁੰਦੇ ਨੇ, ਅਤੇ ਜੋ ਉਹ ਚਾਹੁੰਦੇ ਨੇ ਉਹਦੇ ਖਿਲਾਫ ਅਸੀਂ ਗਏ ਤੇ ਇੱਕੋ ਹੀ ਕੰਮ ਹੋਣਾ ਕਿ ਆਹ ਜਿਹੜੀ ਗੰਜੀ ਕਾਣੀ ਨੌਕਰੀ ਸਾਡੇ ਕੋਲ ਉਹ ਵੀ ਲੱਗੀ ਜਾਣੀ। ਔਰ ਅੱਗੋਂ ਜਿਹੜਾ ਕਿਸੇ ਆਖਿਆ ਨਾ ਕਿ ਕਰੂੰਗਾ ਕਿਆ ਜੋ ਮੁਹੱਬਤ में हो गया नाकाम, मुझे तो और कोई काम भी नहीं आता। ਉਹਨਾਂ ਗਰੀਬਾਂ ਜਿਨ੍ਹਾਂ ਆਪਣੇ ਪਹਿਲਾਂ ਖੱਪ ਕੇ ਤੇ ਵਿੱਚੋਂ 100-200 ਬੰਦਿਆਂ ਵਾਲੀ ਲਿਸਟ 'ਚ ਆਏ, ਫਿਰ ਉਹਨਾਂ ਇਮਤਿਹਾਨ ਦਿੱਤੇ, ਫਿਰ ਇੰਟਰਵਿਊ ਭੁਗਤੇ, ਟ੍ਰੇਨਿੰਗ ਕੀਤੀ, ਫਿਰ ਥੋੜ੍ਹੀ ਬਹੁਤ ਪ੍ਰਮੋਸ਼ਨ ਜਿਹੜੀ ਇਬਤਦਾਈ ਤੌਰ 'ਤੇ ਹੁੰਦੀ ਹੈ 17ਵੇਂ ਤੋਂ 18ਵੇਂ 19ਵੇਂ ਗ੍ਰੇਡ ਤੱਕ ਆਉਣ ਤੱਕ, ਜ਼ਿੰਦਗੀ ਤੋਂ ਸਾਰੀ ਉੱਥੇ ਦੇ ਬੈਠੇ। ਹੁਣ ਉਹ ਜੇ ਉਹਨਾਂ ਨੂੰ ਤਾਪ ਚੜ ਵੀ ਜਾਏ ਅੱਗੋਂ ਇਖਤਲਾਫ ਕਰਨ ਦਾ, ਜਾਂ ਇਖਤਲਾਫੀ ਨੋਟ ਲਿਖਣ ਦਾ, ਜਾਂ ਬਦਿਆਨਤੀ ਦੀ ਗੁੱਪ ਅੰਧੇਰੇ ਦੇ ਸਾਹਮਣੇ, ਉਸ ਹਨੇਰ ਦੇ ਸਾਹਮਣੇ ਖਲੋ ਜਾਣ ਵਾਲਾ ਐਡੀ ਕੁ ਮੋਮਬੱਤੀ ਲੈ ਕੇ ਦਿਆਨਤ ਵਾਲੀ, ਉਸ ਕਰ ਵੀ ਕੀ ਲੈਣਾ ਸੀ। ਇਹ ਉਹਨਾਂ ਦਾ ਆਰਗੂਮੈਂਟ ਹੈ। ਲੇਕਿਨ ਇੱਕ ਗੱਲ 'ਤੇ ਉਹ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹ ਪੱਕੇ ਸਨ ਕਿ ਬੇਈਮਾਨੀ ਹੁਣ ਛਾਂ ਕਰ ਗਈ ਹੈ, ਔਰ 2 ਨੰਬਰੀ ਔਰ ਮੁਨਾਫਕਤ, ਝੂਠ, ਔਰ ਆਪਣੇ ਐਸੇ ਖੁਫੀਆ ਮਫਾਦਾਤ ਜਿਨ੍ਹਾਂ ਦਾ ਉਸ ਜਗ੍ਹਾ ਨਾਲ, ਉਸ ਮਿੱਟੀ ਨਾਲ, ਉਸ ਮੁਲਕ ਨਾਲ, ਉੱਥੋਂ ਦੇ ਤਬਕਾਤ ਨਾਲ ਕਤਨ ਕੋਈ ਤਾਲੁਕ ਨਹੀਂ। ਉਹਨਾਂ ਦਾ ਕੋਈ ਜ਼ਾਤੀ ਆਪਣੇ ਹੀ ਲੈਵਲ ਹੈ ਉਹਨਾਂ ਦਾ, ਉਹਨਾਂ ਦੀਆਂ ਖੇਡਾਂ, ਉਹਨਾਂ ਦੇ ਅਕਲ, ਸ਼ਊਰ, ਫਿਰ ਉਹਨਾਂ ਦੀ ਦਾਨਸ਼ਵਰੀ, ਉਹ ਸਾਰੇ ਦੇ ਡਾਂਡੇ ਜਿਹੜੇ ਨੇ ਉਹ ਕਿਤੇ ਹੋਰ ਜਾ ਪੇ ਰਲਦੇ ਨੇ। ਅਤੇ ਵਿੱਚੋਂ ਲਾਈਨ ਇੱਕ ਆ ਗਈ ਹੈ ਕਿ ਕੈਂ ਹੋਰ ਗਵੇੜ ਤੇ ਮੈਂ ਕਮਲੇ ਦਿਲ ਦਰਦਾਂ ਹੇਠ ਫਸਾਇਆ, ਤੇ ਉਹ ਅਗੈਰਾਂ ਆਣ ਕੇ ਲੁੱਟ ਖੜਿਆ ਜਿਹੜਾ ਜ਼ਿੰਦਗੀ ਦਾ ਹੀ ਸਰਮਾਇਆ। ਸੋ ਉਹ ਕੈਂ ਹੋਰ ਗਵੇੜ ਤੇ ਮੈਂ ਕਮਲੇ ਵਾਲਾ ਜਿਹੜਾ ਖਾਤਾ ਹੈ, ਉਹਨੇ ਹੁਣ ਜ਼ਾਹਿਰ ਹੈ ਕਿ ਉਹਦੀ ਸ਼ਕਲ ਹੀ ਬਦਲ ਦਿੱਤੀ ਹੈ, ਉਹਦਾ ਮਾਮਲਾ ਬਿਲਕੁਲ ਹੋਰ ਹੋ ਗਿਆ। ਉਸ ਦੇ ਉੱਤੇ ਬੈਠੇ ਆ 2 ਬੰਦੇ ਬਾਹਰੋਂ ਗਏ, ਹੁਣ ਤੀਜਾ ਪਾਕਿਸਤਾਨ ਵਿੱਚ 98 ਸਾਲ ਦਾ ਬੰਦਾ ਬੈਠਾ। ਉਹ ਪਾਕਿਸਤਾਨ ਦੇ ਹਿਸਾਬ ਨਾਲ ਉਹ ਕਾਮਯਾਬ ਬਿਜ਼ਨਸਮੈਨ ਸਨ। ਪਾਕਿਸਤਾਨ ਦੇ ਹਿਸਾਬ ਨਾਲ ਉਹਨਾਂ ਕੋਲ ਜੋ, ਯਾਨੀ ਸੈਯਦ ਬਾਬਰ ਅਲੀ ਕੋਲ ਜੋ ਹੋ ਸਕਿਆ ਉਹਨਾਂ ਕੀਤਾ। ਜਾਂਦਿਆਂ ਉਹਨਾਂ ਨਮਲ ਯੂਨੀਵਰਸਿਟੀ ਵਰਗਾ ਇੱਕ ਇਦਾਰਾ ਵੀ ਕਾਇਮ ਕਰਕੇ ਪ੍ਰਾਈਵੇਟ ਸੈਕਟਰ ਵਿੱਚ ਦੇ ਦਿੱਤਾ। ਅੱਜ ਅਗਰ ਜਿਤਨੀਆਂ ਸਰਕਾਰੀ ਯੂਨੀਵਰਸਿਟੀਆਂ ਨੇ, ਉਹਨਾਂ ਦੀ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਸਿਆਸਤ ਔਰ ਜਿਹੜਾ ਗੰਦ ਪੈ ਗਿਆ, ਔਰ ਜਿਸ ਹੱਦ ਤੱਕ ਉੱਥੇ ਉਸਤਾਦਾਂ ਨਾਲ ਜਾਂ ਪ੍ਰੋਫੈਸਰਾਂ ਨਾਲ ਗਿੱਦੜ ਕੁੱਟ ਕੀਤੀ ਜਾਂਦੀ ਹੈ, ਬਲਕਿ ਉਹਨਾਂ ਨੂੰ ਖੱਸੀ ਕੀਤਾ ਜਾਂਦਾ, ਉਹਦੇ ਨਾਲ ਮੁਕਾਬਲਾ ਕਰੀਏ ਤੇ ਜਿਹੜੇ ਨਮਲ ਦੇ ਉਹਨਾਂ ਦੇ ਲਮਜ਼ ਦੇ ਉਸਤਾਦ ਨੇ, ਲਮਜ਼ ਯੂਨੀਵਰਸਿਟੀ, ਸੌਰੀ ਮੈਂ ਅਗਰ ਪਹਿਲੇ ਨਮਲ ਕਹਿ ਵੀ ਗਿਆ ਤੇ ਉਹਦੀ ਮਾਜ਼ਰਤ, ਤਾਂ ਲਮਜ਼ ਦੇ ਉਸਤਾਦਾਂ ਦਾ, ਉੱਥੋਂ ਦੇ ਸਟੂਡੈਂਟਸ ਦਾ, ਉਹਨਾਂ ਦੀ ਕਨਵੋਕੇਸ਼ਨਸ ਦਾ, ਉੱਥੇ ਦੇ ਈਵੈਂਟਸ ਦਾ, ਉਹਨਾਂ ਦੇ ਸੋਚ ਦਾ, ਉਹਦਾ ਬਹੁਤ ਦੂਰ ਬੜਾ ਢੇਰ ਸਾਰਾ ਫਾਸਲਾ ਹੈ ਆਪਸ ਵਿੱਚ। ਐਜੂਕੇਸ਼ਨ ਸੈਕਟਰ ਵਿੱਚ ਉਹਨਾਂ ਉਹ ਬਣਾ ਕੇ ਦੇ ਦਿੱਤੀ। ਅੱਛਾ, ਫਿਰ ਬਿਜ਼ਨਸ ਦੇ ਤੌਰ 'ਤੇ ਉਹ ਬਹਰਹਾਲ ਬਿਜ਼ਨਸ ਟਾਈਕੂਨ ਤੇ ਉਹ ਹੈ ਹੀ, ਲੇਕਿਨ ਇੱਕ ਚੀਜ਼ ਨਾਲ ਹੋਰ ਸੀ ਕਿ ਉਹਨਾਂ ਇਹ ਸੌਦੇਬਾਜ਼ੀਆਂ ਨਹੀਂ ਕੀਤੀਆਂ। ਜਿਹੜੇ ਵੇਲੇ ਅੱਜ ਕੱਲ੍ਹ ਦੇ ਜਿਹੜੇ ਹਨ ਨਾ ਵੱਡੇ ਪਲਾਟਾਂ ਵਾਲੇ ਅਤੇ ਇਸ ਤਰ੍ਹਾਂ ਦੇ ਜਹਾਜ਼ਾਂ ਵਾਲੇ ਅਤੇ ਤਿਆਰਿਆਂ ਵਾਲੇ ਬਿਜ਼ਨਸਮੈਨ, ਟਾਈਕੂਨਸ, ਪ੍ਰਾਪਰਟੀ ਟਾਈਕੂਨਸ, ਅਤੇ ਦੂਜੇ ਟਾਈਕੂਨਸ, ਅਤੇ ਸ਼ੂਗਰ ਮਾਫੀਆ ਦੇ ਪੈਦਾ ਕਰਨ ਵਾਲੇ ਅਤੇ ਫਿਰ ਉਹਨੂੰ ਲੈ ਕੇ ਚੱਲਣ ਵਾਲੇ, ਇਹ ਉਦੋਂ ਜੰਮੇ ਵੀ ਨਹੀਂ ਸਨ ਜਦੋਂ ਦੇ ਉਹ ਵਸਦੇ ਘਰਾਂ 'ਚ, ਜੋ ਉਹਨਾਂ ਦੇ ਬੈਕਗਰਾਊਂਡ ਸੀ। ਲੇਕਿਨ ਉਹਨਾਂ ਨੇ ਬਿਜ਼ਨਸ ਕੀਤਾ, ਜਿੰਨਾ ਉਹਨੂੰ ਜਿਹੜੀ ਸਮਝ ਆਈ ਉਹਦੇ ਮੁਤਾਬਕ ਜੋ ਬਿਹਤਰ ਸਮਝਿਆ ਮੁਲਕ ਵਾਸਤੇ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ
ਇਹ ਖਿਲਵਾੜ ਜਿਹੜੇ ਨੇ ਜਾਂ ਇਖਲਾਕੀ ਕਦਰਾਂ, ਬੰਦੇ ਦੀ ਲਿਹਾਜ਼ਦਾਰੀ, ਬੰਦੇ ਦੇ ਅੰਦਰ ਇੱਕ ਝੂਠ ਸੱਚ ਦਾ ਨਿਤਾਰਾ ਕਰਨ ਵਾਲੀ ਜਿਹੜੀ ਸਲਾਹੀਅਤ ਦਿੱਤੀ ਹੁੰਦੀ ਹੈ ਇਨਸਾਨ ਨੂੰ ਅੱਲਾਹ ਤਾਲਾ ਨੇ, ਜ਼ਮੀਰ ਦੇ ਉੱਤੇ ਜੁੱਤੀਆਂ ਸਮੇਤ ਚੜ੍ਹ ਜਾਣਾ ਆਪਣੇ ਜ਼ਮੀਰ ਦੇ ਉੱਤੇ। ਔਰ ਜਿਸ ਟਾਈਮ ਤੁਸੀਂ ਜ਼ਮੀਰ 'ਤੇ ਲਿਤਰਾਂ ਸਮੇਤ ਚੜ੍ਹ ਜਾਓ, ਉਹਦੇ ਬਾਅਦ ਮਾਫੀਓ ਜ਼ਮੀਰ ਕਿੱਥੋਂ ਨਿਕਲਣਾ ਅਤੇ ਕਿਹੜੀ ਉਹਦੀ ਮਾਫੀਓ ਜ਼ਮੀਰ ਕਿ ਮਤਲਬ ਉਹ ਅਰਸ਼ਾ ਜਿਹੜੀ ਹੈ ਨਾ ਉਹ ਸਮਝੋ ਕਿ ਅੱਡੂ ਖੋੜਿਆਂ 'ਚ ਵੜ ਜਾਂਦੀ ਹੈ, ਉਹਦਾ ਫਿਰ ਪਿੱਛੇ ਰਾਹ ਕੋਈ ਨਹੀਂ ਬਚਦਾ। ਸੋ ਉਹਨਾਂ ਦੀ ਗੁਫ਼ਤਗੂ ਸੀ, ਉਹ ਘੰਟੇ ਦੇ 1-2 ਸੈਸ਼ਨ ਉਹਨਾਂ ਦੇ ਸੁਣੇ। ਉਸ ਦੇ ਬਾਅਦ ਪ੍ਰਾਈਵੇਟਲੀ ਆਤਿਫ ਮੀਆਂ ਦੀ ਗੁਫ਼ਤਗੂ ਸੁਣੀ। ਮੈਂ ਇਹ ਸੋਚਿਆ ਕਿ ਉਹ ਸਾਰੀ ਅੰਗਰੇਜ਼ੀ 'ਚ ਗੁਫ਼ਤਗੂ ਹੋਈ ਹੈ, ਅਤੇ ਜੇ ਉਹ ਅੰਗਰੇਜ਼ੀ ਵਾਲੀ ਤੁਹਾਡੇ ਨਾਲ ਵਿੱਚੋਂ ਉਹਨੂੰ ਚੁਣ ਕੇ ਉਹਦੇ ਮੁਖਤਲਿਫ ਜਿਹੜੇ ਮੌਜ਼ੂਆਤ ਸਨ ਜਿਨ੍ਹਾਂ ਦੇ ਉੱਤੇ ਉਹਨਾਂ ਗੱਲ ਕੀਤੀ, ਅਤੇ ਉਹ ਜੇ ਅਗਰ ਤੁਹਾਨੂੰ ਪੰਜਾਬੀ 'ਚ ਦੱਸੀ ਜਾਏ, ਕੰਮ ਤਾਂ ਬੜਾ ਔਖਾ ਹੈ। ਪੰਜਾਬੀ ਹੁੰਗਾਰਾ ਪ੍ਰੋਗਰਾਮ ਜਾਂ ਕੋਈ ਵੀ ਪੰਜਾਬੀ ਪ੍ਰੋਗਰਾਮ, ਪੰਜਾਬੀ ਦੀ ਜਦੋਂ ਗੱਲ ਕਰੀਏ ਨਾ, ਤੁਸੀਂ ਜਦੋਂ ਨਾਂ ਲਈਏ ਨਾਲ ਹੀ ਬੰਦਿਆਂ ਦੇ ਜ਼ਿਹਨ 'ਚ ਪਹਿਲੀ ਗੱਲ ਇਹ ਆਉਂਦੀ ਹੈ, ਇਹ ਕੋਈ ਸ਼ੁਗਰ ਵਾਲੀ ਬਾਬਾ ਗੱਲ ਹੋਵੇ ਦੀ, ਸਵਾਦ ਵਾਲੀ ਹੋਵੇ ਦੀ, ਇਹਦੇ 'ਚ ਬੜਾ ਰਸ ਹੋਵੇ ਤਾਂ ਇਹਦੇ 'ਚ ਬੜੀਆਂ ਜੁਮਲੇਬਾਜ਼ੀਆਂ, ਮਿਸਾਲਾਂ ਜੀ ਪੁਰਾਣੀਆਂ। ਠੀਕ ਹੈ, ਮੰਨ ਲਿਆ ਇਹ ਸਾਰਾ ਕੁਝ ਇਹਦੇ 'ਚ ਹੈ, ਲੇਕਿਨ ਇੱਕ ਸਵਾਲ ਪੈਦਾ ਹੁੰਦਾ ਕਿ ਕਿਆ ਪੰਜਾਬੀ ਸਿਰਫ ਖੱਚਾ ਮਾਰਨ ਵਾਸਤੇ ਜਾਂ ਕੋਈ ਮਾਕੂਲ ਗੱਲ ਇਸ ਜ਼ੁਬਾਨ ਵਿੱਚ ਨਹੀਂ ਕੀਤੀ ਜਾ ਸਕਦੀ? ਜਾਂ ਫਰਜ਼ ਕੀਤਾ 25 ਕਰੋੜ ਦੇ ਵਿੱਚੋਂ ਅਗਰ ਤੁਸੀਂ 12 ਕਰੋੜ ਬੰਦਾ ਵੀ ਪੰਜਾਬੀ ਬੋਲਣ ਵਾਲਾ ਸਮਝੋ, ਫਰਜ਼ ਕੀਤਾ 10 ਕਰੋੜ ਹੀ ਸਮਝੋ, ਉਹ ਜਿਹੜਾ 10 ਕਰੋੜ ਬੰਦਾ ਦੁਨੀਆ ਭਰ 'ਚ ਵੀ ਤੇ ਉਸ ਪਾਕਿਸਤਾਨ ਦੇ ਵਿੱਚ ਵੀ ਬਹਿ ਕੇ ਗੱਲਾਂ ਕਰਦਾ ਹੈ, ਉਹਨੂੰ ਜੇ ਕੋਈ ਵੱਡੀ ਗੱਲ ਕਰਨੀ ਪੈ ਜੇ, ਕੋਈ ਪੜ੍ਹੀ ਲਿਖੀ ਗੱਲ ਕਰਨੀ ਪੈ ਜੇ, ਉਹਨੂੰ ਫਰਜ਼ ਕੀਤਾ ਇਕੋਨਮੀ ਦੇ ਉੱਤੇ, ਮਈਸ਼ਤ ਦੇ ਉੱਤੇ, ਮਤਲਬ ਭੁੱਖ ਨੰਗ ਨੂੰ ਖਤਮ ਕਰਨਾ ਹੈ, ਤੇ ਉਹਦੇ ਹੱਥ ਕੀ ਤਰੀਕਾ ਹੈ? ਲੋਕਾਂ ਕੋਲ ਮੰਗ ਕੇ ਨਹੀਂ ਖਾਣਾ, ਆਪਣੇ ਘਰੋਂ ਕੱਢ ਕੇ ਖਾਣਾ, ਤੇ ਉਹਦੇ ਉੱਤੇ ਕੋਈ ਪਾਲਿਸੀ ਜਾਂ ਕੋਈ ਸੋਚ ਐਸੀ ਬਣਾਉਣੀ ਹੈ ਕਿ ਅਗਰ ਉਹ ਗੱਲ ਚੱਲਦੀ ਰਹੇ, ਉਹਦਾ ਕੀ ਤਰੀਕਾ ਹੈ? ਇਹਦਾ ਕੋਈ ਨੜੀ ਡੱਟਾ, ਕੋਈ ਵੱਲ, ਕੋਈ ਇਹਦਾ ਤਰੀਕੇਕਾਰ ਕਿਆ ਉਹਨਾਂ ਬੰਦਿਆਂ ਤੇ ਹਰਾਮ ਹੋ ਚੁੱਕਿਆ ਜਿਹੜੇ ਪੰਜਾਬੀ 'ਚ ਗੱਲ ਕਰਦੇ ਨੇ, ਜਾਂ ਉਹਨਾਂ ਦੀਆਂ ਨਸਲਾਂ ਦੇ ਉੱਤੇ ਬੈਨ ਹੋ ਚੁੱਕਿਆ, ਉਹਨਾਂ ਸਿਰਫ ਸੰਡਿਆਂ ਦੀ ਪੂਛਲ ਫੜ ਕੇ ਤੇ ਉਹਨਾਂ ਨੂੰ ਹੀ ਕੁੱਟਣਾ? ਇਹ ਗੱਲਾਂ ਗਲਤ ਨੇ ਸਾਰੀਆਂ। ਅਸਲ ਗੱਲ ਇੰਨੀ ਹੈ, ਮੈਂ ਤੇ ਡਾਕਟਰ ਅਬਦੁਲ ਸਲਾਮ ਨੂੰ ਘੰਟਿਆਂ ਦੇ ਹਿਸਾਬ ਤੋਂ ਇੰਡੀਆ ਗਏ ਸਨ, ਤਾਂ ਉੱਥੇ ਕੋਈ ਆ ਗਿਆ ਉਹਨਾਂ ਦਾ ਇੰਟਰਵਿਊ ਕਰਨ, ਉਹ ਘੰਟਿਆਂ ਦੇ ਹਿਸਾਬ ਤੋਂ ਉਹਨਾਂ ਪੰਜਾਬੀ ਦੇ ਵਿੱਚ ਮੈਥਮੈਟਿਕਸ ਤੇ ਫਿਜ਼ਿਕਸ ਦੀ ਥਿਊਰੀ ਦੇ ਉੱਤੇ, ਮੈਥਮੈਟਿਕਸ ਦੇ ਮੁਖਤਲਿਫ ਥਿਊਰੀਜ਼ ਦੇ ਉੱਤੇ, ਅੰਗਰੇਜ਼ੀ ਜ਼ੁਬਾਨ ਦੇ ਮੁਖਤਲਿਫ ਵੱਡੇ ਫਿਗਰਸ ਦੇ ਉੱਤੇ ਗੱਲ ਕਰਦਿਆਂ ਸੁਣਿਆ। ਉਹ ਆਰਾਮ ਨਾਲ ਉਹ ਕਰ ਲੈਂਦੇ ਸਨ। ਲਿਹਾਜ਼ਾ ਮੈਂ ਇਹ ਵੰਨਗੀ ਦੇ ਤੌਰ 'ਤੇ ਵਿੱਚ ਇਹ ਪ੍ਰੋਗਰਾਮ ਦੀ ਇਬਤਦਾ ਜਾਂ ਤਮਹੀਦ ਇਹਨੂੰ ਆਖ ਲਓ, ਅੱਜ ਇਹ ਗੱਲ ਵਿੱਚ ਪਾਈ। ਇਹ ਚੈਨਲ ਵੀ ਨਵਾਂ ਹੈ, ਇਹ ਗੱਲ ਵੀ ਨਵੀਂ ਹੈ, ਜਿਹੜੇ ਪਾਸੇ ਮੈਂ ਟੁਰਨ ਲੱਗਾ। ਤੁਸੀਂ ਅੱਗੇ ਹੀ ਨਵੇਂ ਹੋ ਜਿਹੜੇ ਮੇਰੇ ਨਾਲ ਸ਼ਾਮਿਲ ਹੁੰਦੇ ਹੋ, ਪਤਾ ਨਹੀਂ ਕਿੰਨਾ ਹੋਣਾ ਕਿ ਨਹੀਂ ਹੋਣਾ। ਲਿਹਾਜ਼ਾ ਜ਼ਾਹਿਰ ਹੈ ਕਿ ਛਾਲ ਮਾਰਾਂਦੇ ਤਾਂ ਪਤਾ ਲੱਗੇ ਤਾਂ ਪਾਣੀ ਕਿੰਨਾ। ਸੋ ਅੱਜ ਦੇ ਪ੍ਰੋਗਰਾਮ ਵਿੱਚ ਤਾਂ ਸਮਝੋ ਕਿ ਮੈਂ ਬਸ ਅੰਨ੍ਹੇਵਾਹ ਛਾਲ ਹੀ ਮਾਰੀ ਹੈ, ਰਿਜ਼ਲਟ ਵੇਖਾਂਗੇ। ਅਤੇ ਕੁਝ ਵੀ ਨਾ ਹੋਇਆ ਤੇ ਚਲੋ ਉਹਨਾਂ ਨੇ ਜਿਹੜੀ ਸੜਦਿਆਂ ਬਲਦਿਆਂ ਗੱਲ ਕੀਤੀ ਹੈ ਅੰਗਰੇਜ਼ੀ 'ਚ ਕਈ ਘੰਟਿਆਂ 'ਤੇ, ਉਹ ਅਸੀਂ 15 ਮਿੰਟਾਂ ਦੇ ਜਾਂ 14 ਮਿੰਟਾਂ ਦੇ ਪ੍ਰੋਗਰਾਮਾਂ 'ਚ, 10-15 ਪ੍ਰੋਗਰਾਮਾਂ 'ਚ ਉਹਦਾ ਤਰਜਮਾ ਹੀ ਚਲੋ ਕਰ ਦਿਆਂਗੇ। ਅੱਜ ਅਗਰ ਜੇ ਤੁਸੀਂ ਨਿਰੀ ਸ਼ਾਵਾ ਤੇ ਲਾਲਾ ਸੁਣਨ ਤੇ ਤੁਹਾਡੇ ਕੰਨ ਜਾਂ ਤੁਹਾਡਾ ਜ਼ਿਹਨ ਤਿਆਰ ਹੈ, ਮੁਮਕਿਨ ਹੈ ਕੱਲ੍ਹ ਨੂੰ ਕੋਈ ਹੋਰ ਬੱਚੇ ਅੱਗੋਂ ਆ ਜਾਣ ਜਿਹੜੇ ਆਖਣ ਕਿ ਅਜੇ ਬੋਲਦੇ ਤੇ ਅਸੀਂ ਪੰਜਾਬੀ ਹਾਂ, ਸੁਣਦੇ ਤੇ ਅਸੀਂ ਇਰਦ ਗਿਰਦ ਪੰਜਾਬੀ ਹਾਂ, ਪਰ ਸਾਨੂੰ ਦੱਸੋ ਤੁਸੀਂ ਉਹ ਗੱਲ ਕਰਦੇ ਕੀ ਪਏ ਆ। ਚੰਗਾ ਭਲਾ ਜੋ ਸਿਆਣਾ ਬੰਦਾ ਸੀ, 98 ਸਾਲ ਦੀ ਹੁੰਦੀ ਉਮਰ, ਬੁੱਢਾ ਕਵਰੇਜ ਲੱਤਾਂ ਹਸੂ। ਅਤੇ ਇਹ ਆਤਿਫ ਮੀਆਂ ਵੀ ਜਿਹੜਾ, ਇਹ ਵੀ ਯੂਨੀਵਰਸਿਟੀਆਂ ਦੇ ਵਿੱਚ ਹੈਗਾ, ਹੁਣ ਉਹਦੇ ਨੋਬਲ ਪ੍ਰਾਈਜ਼ਾਂ ਦੀਆਂ ਗੱਲਾਂ ਪਈਆਂ ਚਲਦੀਆਂ ਨੇ। ਐਡਾ ਵੱਡਾ ਪ੍ਰੋਫੈਸਰ ਹੈ, ਦੁਨੀਆ ਦੀਆਂ ਹੁਕੂਮਤਾਂ ਉਹਨੂੰ ਸੱਦਦੀਆਂ ਨੇ, ਸਾਊਦੀ ਅਰਬ ਵਰਗੇ ਆਉਂਦੇ ਨੇ ਵੀ ਸਾਨੂੰ ਕੋਈ ਖੋਖਾ ਫਸਿਆ ਹੋਵੇ ਤੇ ਉਹ ਆਉਂਦੇ ਨੇ ਆ ਕੇ ਦੱਸ। ਇਹਨੇ ਜਿਹੜੀਆਂ ਗੱਲਾਂ ਉੱਥੇ 2-3 ਘੰਟੇ ਬਹਿ ਕੇ ਕਰਦੇ ਰਹੇ, ਸਾਨੂੰ ਤਾਂ ਦੱਸੋ ਇਹ ਆਂਦੇ ਕੀ ਨੇ। ਅਤੇ ਜੇ ਇੰਜ ਦੀ ਕੋਈ ਸੋਚ ਵਾਲੇ ਬੰਦੇ ਅੱਗੇ ਆ ਗਏ, ਅੱਜ ਨਾ ਹੋਏ ਤਾਂ ਸ਼ਾਇਦ ਕੱਲ੍ਹ ਆ ਜਾਣ। ਇਹਨਾਂ ਸਾਰਿਆਂ ਵਾਸਤੇ ਮੈਂ ਤਾਂ ਗੱਲ ਕਰਨੀ ਸ਼ੁਰੂ ਕਰਨ ਲੱਗਾ, ਜੇ ਤੁਸੀਂ ਨਾਲ ਟੁਰ ਪਿਓ ਤਾਂ ਮਿਹਰਬਾਨੀ। ਅੱਲਾ ਦੇ ਹਵਾਲੇ ਮੁੜ ਇਸ ਪ੍ਰੋਗਰਾਮ ਤੋਂ ਪਤਾ ਲੱਗ ਜਾਏਗਾ ਵੀ ਤੁਸੀਂ ਕੀ ਕਰੋ। ਅਸਲਾਮ ਅਲੈਕੁਮ।